ਅੱਜ ਅਸੀਂ ਡੀ ਐਡਿਕਸ਼ਨ ਟ੍ਰੀਟਮੈਂਟ ਦੇ ਇੱਕ ਬਹੁਤ ਹੀ ਇੰਪੋਰਟੈਂਟ ਪਾਰਟ ਰਿਲੈਪਸ ਪ੍ਰੀਵੈਂਸ਼ਨ ਦੇ ਬਾਰੇ ਗੱਲ ਕਰਦੇ ਹਾਂ। ਰਿਲੈਪਸ ਤੋਂ ਭਾਵ ਹੈ ਕਿ ਜਦੋਂ ਇੱਕ ਵਾਰ ਮਰੀਜ਼ ਨਸ਼ੇ ਦੀ ਪ੍ਰੋਬਲਮ ਦੇ ਵਿੱਚੋਂ ਬਾਹਰ ਆ ਜਾਂਦਾ ਹੈ ਤੇ ਦੁਬਾਰਾ ਫਿਰ ਉਸੇ ਦਲਦਲ ਦੇ ਵਿੱਚ ਫਸ ਜਾਵੇ ਤਾਂ ਅਸੀਂ ਉਸ ਨੂੰ ਰਿਲੈਪਸ ਕਹਿੰਦੇ ਹਾਂ। ਰਿਲੈਪਸ ਪ੍ਰੀਵੈਂਸ਼ਨ ਤੋਂ ਭਾਵ ਹੈ ਕਿ ਅਜਿਹਾ ਹੋਣ ਤੋਂ ਰੋਕਣਾ। ਭਾਵ ਜਦੋਂ ਇੱਕ ਵਾਰ ਪੇਸ਼ੈਂਟ ਸਕਸੈਸਫੁਲੀ ਡੀ ਐਡਿਕਸ਼ਨ ਟ੍ਰੀਟਮੈਂਟ ਲੈ ਲੈਂਦਾ ਹੈ ਤੇ ਉਹ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਆ ਜਾਂਦਾ ਹੈ ਤਾਂ ਉਸ ਨੂੰ ਦੁਬਾਰਾ ਫਿਰ ਉਸੇ ਦਲਦਲ ਦੇ ਵਿੱਚ ਫਸਣ ਤੋਂ ਰੋਕੀ ਰੱਖਣਾ ਜਾਂ ਉਸ ਨੂੰ ਰੁਕਣ ਦੇ ਵਿੱਚ ਮਦਦ ਕਰਨਾ ਰਿਲੈਪਸ ਪ੍ਰੀਵੈਂਸ਼ਨ ਦਾ ਮੁੱਖ ਏਮ ਹੁੰਦਾ ਹੈ। ਰਿਲੈਪਸ ਪ੍ਰੀਵੈਂਸ਼ਨ ਨੂੰ CVT ਦਾ ਹੀ ਪਾਰਟ ਮੰਨਿਆ ਜਾਂਦਾ ਹੈ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਜੋ ਟ੍ਰਿਗਰਿੰਗ ਸਿਚੁਏਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਆਇਡੈਂਟੀਫਾਈ ਕਰਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਟ੍ਰਿਗਰਿੰਗ ਸਿਚੁਏਸ਼ਨਸ ਦੇ ਵਿੱਚ ਕਿਸ ਤਰ੍ਹਾਂ ਡੀਲ ਕੀਤਾ ਜਾਵੇ ਤੇ ਕਿਸ ਤਰ੍ਹਾਂ ਰਿਲੈਪਸ ਹੋਣ ਤੋਂ ਬਚਿਆ ਜਾ ਸਕੇ ਉਸ ਦੇ ਬਾਰੇ ਡਿਟੇਲ ਦੇ ਵਿੱਚ ਗੱਲਬਾਤ ਡਿਸਕਸ਼ਨ ਕੀਤੀ ਜਾਂਦੀ ਹੈ। ਅਲੱਗ-ਅਲੱਗ ਤਰੀਕੇ ਦੇ ਨਾਲ ਰਿਲੈਪਸ ਹੋਣ ਦੇ ਚਾਂਸਸ ਹੁੰਦੇ ਆ ਜੋ ਕਿ ਪਰਸਨ ਟੂ ਪਰਸਨ ਵੇਰੀ ਕਰਦੇ ਆ। ਉਹ ਕਿਸ ਤਰ੍ਹਾਂ ਦੇ ਇਨਵਾਇਰਮੈਂਟ ਵਿੱਚ ਜਾਂਦਾ ਹੈ, ਉਹਦਾ ਵਰਕ ਇਨਵਾਇਰਮੈਂਟ ਕਿਸ ਤਰ੍ਹਾਂ ਹੈ, ਉਸ ਦਾ ਫੈਮਿਲੀ ਇਨਵਾਇਰਮੈਂਟ ਕਿਸ ਤਰ੍ਹਾਂ ਹੈ, ਉਸ ਦਾ ਪੀਅਰ ਗਰੁੱਪ ਕਿਸ ਤਰ੍ਹਾਂ ਦਾ ਹੈ। ਇਸ ਗੱਲ 'ਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਹੈ ਕਿ ਉਸ ਦੀ ਰਿਲੈਪਸ ਦੇ ਰਿਲੇਟਡ ਜੋ ਟ੍ਰਿਗਰਿੰਗ ਸਿਚੁਏਸ਼ਨ ਜੋ ਹੁੰਦੀ ਆ ਉਹ ਕਿਹੜੀ ਹੋਵੇਗੀ। ਆਮ ਤੌਰ 'ਤੇ ਜੋ ਵੇਖਣ ਦੇ ਵਿੱਚ ਆਇਆ ਹੈ ਕਿ ਜਦੋਂ ਪੇਸ਼ੈਂਟ ਰਿਲੈਪਸ ਕਰਦਾ ਹੈ ਉਹ ਜਾਂ ਤਾਂ ਆਪਣੇ ਪੀਅਰ ਪ੍ਰੈਸ਼ਰ ਦੇ ਵਿੱਚ ਹੁੰਦਾ ਹੈ ਜਾਂ ਸੋਸ਼ਲੀ ਪ੍ਰੈਸ਼ਰ ਦੇ ਵਿੱਚ ਹੁੰਦਾ ਹੈ ਜਾਂ ਕਿਸੇ ਫੰਕਸ਼ਨ ਦੇ ਵਿੱਚ ਹੋ ਸਕਦਾ ਹੈ, ਕੋਈ ਖੁਸ਼ੀ ਦਾ ਮੌਕਾ ਹੋ ਸਕਦਾ ਹੈ, ਕੋਈ ਮੈਰਿਜ ਫੰਕਸ਼ਨ ਹੋ ਸਕਦਾ ਹੈ ਜਾਂ ਕੋਈ ਪਾਰਟੀਜ਼ ਵਗੈਰਾ ਦੇ ਵਿੱਚ ਆਮ ਇਹ ਚੀਜ਼ ਵੇਖਣ ਨੂੰ ਮਿਲਦੀ ਹੈ। ਇਸ ਦੇ ਵਿੱਚ ਮੇਨ ਪੁਆਇੰਟ ਵੇਖਣ 'ਚ ਇਹ ਮਿਲਦਾ ਹੈ ਕਿ ਜੇ ਪਾਰਟੀਜ਼ ਵਗੈਰਾ ਜਾਂ ਕਿਸੇ ਫੰਕਸ਼ਨ ਵਗੈਰਾ ਵਿੱਚ ਰਿਲੈਪਸ ਹੁੰਦੀ ਹੈ ਤਾਂ ਮੇਨ ਉਹੀ ਪੁਆਇੰਟ ਹੁੰਦਾ ਹੈ ਕਿ ਜਿਸ ਤੋਂ ਸ਼ੁਰੂਆਤ ਹੋਈ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੇ ਡਰੱਗ ਦੀ, ਉਹੀ ਚੀਜ਼ ਉਹਨਾਂ ਨੂੰ ਰਿਲੈਪਸ ਦੇ ਵਿੱਚ ਲੈ ਕੇ ਆਉਂਦੀ ਹੈ। ਇਸ ਤੋਂ ਇਲਾਵਾ ਜੋ ਗੱਲ ਕੀਤੀ ਜਾਵੇ ਕਿ ਸਕੂਲ, ਕਾਲਜ, ਫੈਮਿਲੀ ਇਨਵਾਇਰਮੈਂਟ ਜਾਂ ਪਾਰਟੀਜ਼ ਵਗੈਰਾ ਹੋ ਗਈਆਂ, ਉਸ ਤੋਂ ਇਲਾਵਾ ਉਹਦਾ ਪੀਅਰ ਗਰੁੱਪ, ਇਹ ਉਹ ਸਿਚੁਏਸ਼ਨ ਜੋ ਹੁੰਦੀਆਂ ਨੇ ਜਿੱਥੇ ਰਿਲੈਪਸ ਹੋਣ ਦੇ ਬਹੁਤ ਹੀ ਜ਼ਿਆਦਾ ਚਾਂਸ ਹੁੰਦੇ ਨੇ। ਇਸ ਤੋਂ ਇਲਾਵਾ ਪੇਸ਼ੈਂਟ ਦੀ ਫੈਮਿਲੀ ਦੇ ਵਿੱਚ ਜੇਕਰ ਕੌਨਫਲਿਕਟ ਚੱਲ ਰਹੇ ਨੇ, ਕਿਉਂਕਿ ਇਹ ਇੱਕ ਬਹੁਤ ਇੰਪੋਰਟੈਂਟ ਫੈਕਟਰ ਹੈ ਕਿ ਜੇਕਰ ਕਿਸੇ ਨਸ਼ੇ ਦੀ ਦਲਦਲ ਦੇ ਵਿੱਚ ਫਸੀ ਹੋਈ ਪੇਸ਼ੈਂਟ ਦੀ ਫੈਮਿਲੀ ਦਾ ਇਨਵਾਇਰਮੈਂਟ ਬੜਾ ਇਰੀਟੇਟ ਕਰਨ ਵਾਲਾ ਹੈ, ਉਹਦੇ ਵਿੱਚ ਜ਼ਿਆਦਾ ਨੋਕ ਝੋਕ ਕੌਨਫਲਿਕਟ ਰਹਿੰਦੇ ਨੇ, ਤਾਂ ਉਸ ਮਰੀਜ਼ ਦੇ ਨਸ਼ੇ ਦੇ ਵਿੱਚੋਂ ਬਾਹਰ ਨਿਕਲਣ ਦੇ ਚਾਂਸ ਬਹੁਤ ਜ਼ਿਆਦਾ ਘੱਟ ਜਾਂਦੇ। ਕਿਉਂਕਿ ਇੱਥੇ ਇੱਕ ਗੱਲ ਨੂੰ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਨਸ਼ਾ ਕਰ ਰਹੇ ਵਿਅਕਤੀ ਤੇ ਜਦੋਂ ਨਸ਼ਾ ਛੱਡ ਕੇ ਤੁਰੰਤ ਬਾਹਰ ਆ ਰਿਹਾ ਵਿਅਕਤੀ ਹੁੰਦਾ, ਉਸ ਦੇ ਵਿੱਚ ਸਹਿਣ ਸ਼ਕਤੀ, ਉਸ ਦੀ ਜਿਹੜੀ ਟੋਲਰੈਂਸ ਪਾਵਰ ਹੈ ਉਹ ਬਹੁਤ ਜ਼ਿਆਦਾ ਘੱਟ ਜਾਂਦੀ ਹੈ। ਇਹੀ ਕਾਰਨ ਹੁੰਦਾ ਹੈ ਕਿ ਉਹ ਛੋਟੀ ਛੋਟੀ ਪ੍ਰੋਬਲਮ ਨੂੰ ਬਹੁਤ ਵੱਡੀ ਪ੍ਰੋਬਲਮ ਮੰਨਦਾ ਹੈ ਤੇ ਉਹਦੇ ਵਿੱਚ ਇਰੀਟੇਸ਼ਨ, ਐਗਰੈਸ਼ਨ, ਗੁੱਸਾ, ਠੀਕ ਹੈ, ਖਿਝ, ਇਹ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਲਾਈਫ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ, ਫੈਮਿਲੀ ਪ੍ਰੋਬਲਮ, ਕੋਈ ਇਕਨੋਮਿਕਲੀ ਪ੍ਰੋਬਲਮ, ਉਹਨੂੰ ਪਰਸਨਲ ਕੋਈ ਪ੍ਰੋਬਲਮ, ਰਿਲੇਸ਼ਨਸ਼ਿਪ ਪ੍ਰੋਬਲਮ, ਤਾਂ ਉਹੋ ਜਿਹੀਆਂ ਸਿਚੁਏਸ਼ਨਸ ਦੇ ਵਿੱਚ ਬਹੁਤ ਚਾਂਸ ਹੁੰਦੇ ਆ ਕਿ ਪੇਸ਼ੈਂਟ ਜੇਕਰ ਮੈਂਟਲੀ ਤੌਰ 'ਤੇ ਪ੍ਰਪੇਅਰ ਨਾ ਹੋਵੇ ਤਾਂ ਉਹ ਰਿਲੈਪਸ ਕਰ ਸਕਦਾ ਹੈ। ਇਸ ਤੋਂ ਇਲਾਵਾ ਇੱਕ ਬਹੁਤ ਇੰਪੋਰਟੈਂਟ ਗੱਲ ਹੈ ਕਿ ਜਦੋਂ ਕੋਈ ਵੀ ਵਿਅਕਤੀ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੋਵੇਗਾ ਤਾਂ ਉਹ ਕਦੇ ਨਹੀਂ ਸੋਚੇਗਾ ਕਿ ਉਸ ਨੂੰ ਰਿਲੇਸ਼ਨਸ਼ਿਪ, ਰਿਸ਼ਤਿਆਂ ਦੇ ਤੌਰ 'ਤੇ ਕੀ ਨੁਕਸਾਨ ਹੋ ਰਿਹਾ, ਇਕਨੋਮਿਕਲੀ ਕੀ ਨੁਕਸਾਨ ਹੋ ਰਿਹਾ, ਹੈਲਥ ਦੇ ਪੱਖੋਂ ਕੀ ਨੁਕਸਾਨ ਹੋ ਰਿਹਾ, ਉਹ ਕਿਸੇ ਵੀ ਗੱਲ ਦੇ ਬਾਰੇ ਨਹੀਂ ਸੋਚੇਗਾ। ਪਰ ਜਦੋਂ ਹੀ ਉਹ ਨਸ਼ਾ ਛੱਡ ਕੇ ਬਾਹਰ ਆਉਂਦਾ ਹੈ ਜਾਂ ਬਾਹਰ ਆਉਣ ਲਈ ਟਰਾਈ ਕਰਦਾ ਹੈ ਤਾਂ ਉਹ ਇਹਨਾਂ ਗੱਲਾਂ ਨੂੰ ਲੈ ਕੇ ਹੀ ਗਿਲਟ ਫੀਲਿੰਗ ਕਰਦਾ ਹੈ। ਫਿਰ ਉਸ ਨੂੰ ਹੌਲੀ ਹੌਲੀ ਮਹਿਸੂਸ ਹੋਣ ਲੱਗਦਾ ਹੈ ਕਿ ਉਸਨੇ ਜਿਹੜਾ ਇਕਨੋਮਿਕਲੀ ਲਾਸ ਕਿੰਨਾ ਕਰ ਲਿਆ ਹੈ, ਉਸ ਦੇ ਸਮਾਜਿਕ ਰਿਸ਼ਤੇ ਕਿੱਥੇ ਖੜ੍ਹੇ ਹਨ, ਉਸ ਦੀ ਫੈਮਿਲੀ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਬਣ ਗਿਆ ਹੈ, ਉਹਨੂੰ ਕੀ ਕੀ ਪ੍ਰੋਬਲਮਸ, ਕੀ ਕੀ ਬਿਮਾਰੀਆਂ ਪੇਸ਼ ਆਈਆਂ ਹਨ ਉਸ ਨਾਲ। ਇਹਨਾਂ ਜੋ ਗਿਲਟ ਫੀਲਿੰਗਸ ਹੈ ਇਸ ਟਾਈਮ ਪੀਰੀਅਡ ਦੇ ਦੌਰਾਨ ਜੇਕਰ ਪੇਸ਼ੈਂਟ ਕਿਸੇ ਦੇ ਨਾਲ ਸ਼ੇਅਰ ਨਹੀਂ ਕਰਦਾ ਪ੍ਰੋਬਲਮ ਤਾਂ ਉਹਨੂੰ ਸਲਿਊਸ਼ਨ ਨਹੀਂ ਮਿਲਦਾ, ਪ੍ਰੋਪਰ ਗਾਈਡੈਂਸ, ਕਾਉਂਸਲਿੰਗ, ਮੈਡੀਕਲ ਟਰੀਟਮੈਂਟ ਨਾ ਹੋਣ ਕਰਕੇ ਤਾਂ ਉਹ ਦੁਬਾਰਾ ਰਿਲੈਪਸ ਕਰ ਸਕਦਾ ਹੈ, ਬਹੁਤ ਜ਼ਿਆਦਾ ਚਾਂਸ ਹੁੰਦੇ ਹਨ। ਇਸ ਤੋਂ ਇਲਾਵਾ ਕੁਝ ਮਿਸਕਨਸੈਪਸ਼ਨਸ ਹੁੰਦੀਆਂ ਨੇ
ਜੋ ਰਿਲੈਪਸ ਹੁੰਦੀ ਆ ਉਹਦੇ ਰਿਗਾਰਡਿੰਗ, ਲਾਈਕ ਕਿ ਫੋਰ ਐਗਜ਼ਾਮਪਲ ਕਿ ਕਾਫੀ ਟਾਈਮ ਬਾਅਦ ਅਚਾਨਕ ਪੇਸ਼ੈਂਟ ਨੂੰ ਵੀਕਨੈਸ ਹੋਣ ਲੱਗੀ, ਠੀਕ ਆ, ਉਹਦੇ ਬਾਡੀ ਟਰੈਂਬਲਿੰਗ ਹੋਣ ਲੱਗੀ, ਮਤਲਬ ਸਰੀਰ ਕੰਬਣ ਲੱਗਿਆ, ਉਹ ਕਿਸੇ ਵੀ ਕਾਰਨ ਕਰਕੇ ਹੋ ਸਕਦਾ ਹੈ, ਜੋ ਇੱਕ ਨਾਰਮਲ ਹੈਲਦੀ ਪਰਸਨ ਨੂੰ ਵੀ ਅਚਾਨਕ ਚੰਗੀ ਤਰ੍ਹਾਂ ਖਾਣਾ ਨਾ ਖਾਣ ਕਰਕੇ, ਕਮਜ਼ੋਰੀ ਕਰਕੇ, ਜ਼ਿਆਦਾ ਵਰਕ ਓਵਰਲੋਡ ਹੋਣ ਕਰਕੇ ਹੋ ਸਕਦਾ ਹੈ। ਪਰ ਜੋ ਨਸ਼ੇ ਦੀ ਦਲਦਲ ਦੇ ਵਿੱਚ ਬਾਹਰ ਆਏ ਲੋਕ ਹੁੰਦੇ ਆ, ਉਹ ਕਈ ਵਾਰ ਗਲਤ ਤਰੀਕੇ ਨਾਲ ਇਹ ਚੀਜ਼ ਨੂੰ ਨਸ਼ੇ ਦੀ ਤੋੜ ਦੇ ਨਾਲ ਕੋਰਿਲੇਟ ਕਰ ਲੈਂਦੇ ਹਨ ਕਿ ਸ਼ਾਇਦ ਸਾਨੂੰ ਇਹ ਸਿੰਪਟਮ, ਇਹ ਲੱਛਣ ਤਾਂ ਸਾਹਮਣੇ ਆਉਣ ਲੱਗੇ ਆ ਕਿ ਅੱਜ ਸਾਨੂੰ ਨਸ਼ੇ ਦੀ ਤੋੜ ਲੱਗੀ ਹੈ। ਤਾਂ ਫਿਰ ਜੇਕਰ ਉਹ ਮੈਡੀਕਲ ਟ੍ਰੀਟਮੈਂਟ ਤੱਕ ਪਹੁੰਚ ਜਾਣ ਤਾਂ ਉਹਨਾਂ ਨੂੰ ਹੈਲਦੀ ਸੋਲਿਊਸ਼ਨ ਮਿਲ ਜਾਂਦਾ ਹੈ, ਪਰ ਕਈ ਵਾਰ ਉਹ ਡਾਕਟਰ ਕੋਲ ਜਾਣ ਦੀ ਬਜਾਏ ਕਿਸੇ ਆਪਣੇ ਰਿਸ਼ਤੇਦਾਰ ਦੇ ਨਾਲ ਸ਼ੇਅਰਿੰਗ ਕਰਨ ਦੀ ਬਜਾਏ ਉਹ ਰਿਲੈਪਸ ਕਰਨ ਨੂੰ ਹੀ ਆਪਣਾ ਇਸ ਚੀਜ਼ ਦਾ ਸੋਲਿਊਸ਼ਨ ਸਮਝਦੇ ਹਨ। ਕਾਉਂਸਲਿੰਗ ਦੇ ਵਿੱਚ ਜਿਹੜਾ ਮੇਨ ਧਿਆਨ ਦਿੱਤਾ ਜਾਂਦਾ ਹੈ ਕਿ ਕਿਸ ਤਰ੍ਹਾਂ ਇੱਕ ਪੇਸ਼ੈਂਟ ਨੇ ਜਦੋਂ ਸੁਸਾਇਟੀ ਵਿੱਚ ਵਿਚਰਨਾ ਹੈ, ਕਿਉਂਕਿ ਠੀਕ ਹੈ 1 ਮਹੀਨਾ 2 ਮਹੀਨੇ 3 ਮਹੀਨੇ ਇੱਕ ਜਿਹੜਾ ਪੇਸ਼ੈਂਟ ਆ ਉਹ ਆਪਣੇ ਘਰ ਦੇ ਵਿੱਚ ਬੰਦ ਰਹਿ ਸਕਦਾ ਹੈ, ਉਹਦੇ ਉੱਤੇ ਨਿਗਰਾਨੀ ਰੱਖੀ ਜਾ ਸਕਦੀ ਹੈ, ਪਰ ਕਿਤੇ ਨਾ ਕਿਤੇ ਜਾ ਕੇ ਉਸ ਪੇਸ਼ੈਂਟ ਨੇ ਫਿਰ ਆਮ ਦੁਨੀਆ 'ਚ ਵਿਚਰਨਾ ਜਿੱਥੇ ਹਰ ਤਰ੍ਹਾਂ ਦੇ ਲੋਕ ਹੁੰਦੇ ਆ। ਤਾਂ ਉਹ ਜਿਹੜੀ ਰਿਲੈਪਸ ਪ੍ਰੀਵੈਂਸ਼ਨ ਦੇ ਨਾਲ ਰਿਲੇਟਡ ਕਾਉਂਸਲਿੰਗ ਆ, ਉਹਦੇ ਵਿੱਚ ਪੇਸ਼ੈਂਟ ਨੂੰ ਮੈਂਟਲੀ ਤੌਰ 'ਤੇ ਇਸ ਤਰ੍ਹਾਂ ਪ੍ਰਪੇਅਰ ਕਰਨਾ ਕਿ ਉਸਨੇ ਕਿਸ ਤਰ੍ਹਾਂ ਪੀਅਰ ਗਰੁੱਪ 'ਤੇ ਸੋਸ਼ਲ ਜਿਹੜਾ ਪ੍ਰੈਸ਼ਰ ਹੁੰਦਾ, ਸੋਸ਼ਲੀ ਪ੍ਰੈਸ਼ਰ, ਉਹਨੂੰ ਕਿਸ ਤਰ੍ਹਾਂ ਹੈਂਡਲ ਕਰਨਾ, ਕਿਸ ਤਰ੍ਹਾਂ ਹਾਊ ਟੂ ਸੇ ਨੋ, ਕਿਸ ਤਰ੍ਹਾਂ ਜੇਕਰ ਉਸ ਤੱਕ ਕੋਈ ਅਪਰੋਚ ਕਰ ਰਿਹਾ ਹੈ ਕਿਸੇ ਡਰੱਗ ਨੂੰ ਲੈ ਕੇ, ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਲੈ ਕੇ, ਤਾਂ ਉਸ ਨੂੰ ਮਨਾ ਕਰਨਾ ਕਿਸ ਤਰ੍ਹਾਂ ਹੈ, ਕੀ ਪਰਟੀਕੂਲਰ ਸਟ੍ਰੈਟਜੀ ਉਹ ਯੂਜ਼ ਕਰ ਸਕਦਾ ਹੈ। ਇਸ ਤੋਂ ਇਲਾਵਾ ਕਿ ਜੇ ਕੋਈ ਪ੍ਰੋਬਲਮਸ ਆਉਂਦੀਆਂ ਤਾਂ ਉਹਨਾਂ ਪ੍ਰੋਬਲਮਸ ਦਾ ਕੀ ਹੈਲਦੀ ਸੋਲਿਊਸ਼ਨ ਹੋਵੇਗਾ, ਤਾਂ ਉਹਦੀ ਫੈਮਿਲੀ ਇਨਵਾਇਰਨਮੈਂਟ ਦੇ ਅਕੋਰਡਿੰਗ ਦੇਖ ਕੇ ਅਸੀਂ ਉਹਨਾਂ ਨੂੰ ਸੋਲਿਊਸ਼ਨ ਦੇਣ ਦੇ ਲਈ ਜਿਹੜਾ ਉਹ ਟਰਾਈ ਕਰ ਸਕਦੇ ਹਾਂ। ਇਸ ਤੋਂ ਇਲਾਵਾ ਬਹੁਤ ਇੰਪੋਰਟੈਂਟ ਹੁੰਦਾ ਹੈ ਕਿ ਫੈਮਿਲੀ ਕਾਉਂਸਲਿੰਗ ਦਾ ਰੋਲ। ਜਦੋਂ ਅਸੀਂ ਰਿਲੈਪਸ ਪ੍ਰੀਵੈਂਸ਼ਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਫੈਮਿਲੀ ਦਾ ਰੋਲ ਆਪਣੇ ਧਿਆਨ ਤੋਂ ਹਟਾ ਨਹੀਂ ਸਕਦੇ, ਕਿਉਂਕਿ ਫੈਮਿਲੀ ਦਾ ਮਾਹੌਲ ਹੈਲਦੀ ਬਣਾਉਣ ਦੇ ਲਈ ਇੱਕ ਪੇਸ਼ੈਂਟ ਅਤੇ ਉਹਦੇ ਘਰ ਦੇ ਮੈਂਬਰਾਂ ਦੇ ਵਿਚਾਲੇ ਸੰਤੁਲਨ ਬਣਾਈ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਉਹਨਾਂ ਦੇ ਵਿੱਚ ਕੁਛ ਟਾਈਮ ਕੋਈ ਕੌਨਫਲਿਕਟ ਪੈਦਾ ਨਾ ਹੋਵੇ। ਜਦੋਂ ਤੱਕ ਉਹ ਪੇਸ਼ੈਂਟ ਮੈਂਟਲੀ ਅਤੇ ਫਿਜ਼ੀਕਲੀ ਤੌਰ 'ਤੇ ਉਹਨੂੰ ਸਹਿਣ ਅਤੇ ਉਹਦਾ ਹੱਲ ਕਰਨ ਦੇ ਸਮਰੱਥ ਨਹੀਂ ਹੋ ਜਾਂਦਾ, ਉਦੋਂ ਤੱਕ ਜੋ ਫੈਮਿਲੀ ਮੈਂਬਰਸ ਆ ਉਹਨਾਂ ਨੇ ਕਿਸ ਤਰ੍ਹਾਂ ਡੀਲ ਕਰਨਾ, ਕਿੰਨਾ ਗੱਲਾਂ ਦਾ ਧਿਆਨ ਰੱਖਣਾ। ਕਈ ਵਾਰ ਫੈਮਿਲੀ ਮੈਂਬਰਸ ਬਹੁਤ ਜ਼ਿਆਦਾ ਕੇਅਰਿੰਗ ਹੋ ਜਾਂਦੇ ਨੇ, ਓਵਰ ਕੇਅਰਿੰਗ ਹੋ ਜਾਂਦੇ ਨੇ ਆਪਾਂ ਕਹਿ ਸਕਦੇ ਹਾਂ, ਜੋ ਕਿ ਫਿਰ ਪੇਸ਼ੈਂਟ ਨੂੰ ਚੀਜ਼ ਇਰੀਟੇਟ ਕਰਦੀ ਆ, ਤਾਂ ਉਹ ਕਾਫੀ ਚੀਜ਼ਾਂ ਦੇ ਵਿੱਚ ਉਲਝ ਜਾਂਦਾ ਅਤੇ ਦੁਬਾਰਾ ਰਿਲੈਪਸ ਦੇ ਵੱਲ ਚਲਿਆ ਜਾਂਦਾ। ਮਤਲਬ ਇੱਕ ਬੈਲੈਂਸ ਹੋਣਾ ਬਹੁਤ ਜ਼ਰੂਰੀ ਆ ਕਿ ਪੇਸ਼ੈਂਟ ਵੀ ਰਿਲੈਪਸ ਨਾ ਕਰੇ ਅਤੇ ਫੈਮਿਲੀ ਮੈਂਬਰਸ ਵੀ ਉਸ ਦਾ ਚੰਗੇ ਤਰੀਕੇ ਦੇ ਨਾਲ ਧਿਆਨ ਰੱਖ ਪਾਉਣ। ਮਤਲਬ ਦੋਨਾਂ ਸਾਈਡ ਇੱਕ ਬੈਲੈਂਸ ਬਣ ਜੇ, ਇੱਕ ਦੂਸਰੇ ਤੋਂ ਉਹਨਾਂ ਨੂੰ ਕੋਈ ਤੰਗੀ ਪਰੇਸ਼ਾਨੀ ਨਾ ਹੋਵੇ। ਇਸ ਤੋਂ ਇਲਾਵਾ ਪੇਸ਼ੈਂਟ ਦੇ ਖੁਦ ਲਈ ਅਸੀਂ ਬੈਲੈਂਸ ਕਰਕੇ ਉਹਨੂੰ ਲਾਈਫ ਸਟਾਈਲ ਲਈ ਕੋਈ ਪਰਟੀਕੂਲਰ ਉਹਦੇ ਅਕੋਰਡਿੰਗ ਕਿ ਪੇਸ਼ੈਂਟ ਜੋਬ ਕਰਦਾ ਹੈ, ਉਹ ਐਗਰੀਕਲਚਰ 'ਚ ਹੈ ਜਾਂ ਸਟੂਡੈਂਟ ਹੈ, ਪਿੰਡ ਤੋਂ ਆਉਂਦਾ ਹੈ, ਸ਼ਹਿਰ ਤੋਂ ਆਉਂਦਾ ਹੈ, ਉਹਦੇ ਹੋਮ ਇਨਵਾਇਰਨਮੈਂਟ ਦੇ ਅਕੋਰਡਿੰਗ ਅਸੀਂ ਉਹਨੂੰ ਪਰਟੀਕੂਲਰ ਹੈਲਦੀ ਟਾਈਮ ਟੇਬਲ ਦੇ ਸਕਦੇ ਹਾਂ, ਜਿਸ ਦੇ ਅਨੁਸਾਰ ਉਹ ਰੂਟੀਨ ਦੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਆਪਣੇ ਆਪ ਨੂੰ ਹੈਲਦੀ ਵੇ ਦੇ ਵਿੱਚ ਢਾਲ ਸਕਦਾ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕਾਰਨ ਰਿਲੈਪਸ ਪ੍ਰੀਵੈਂਸ਼ਨ ਦੇ ਵਿੱਚ ਅਸੀਂ ਡਿਸਕਸ ਕਰਦੇ ਹਾਂ। ਰਿਲੈਪਸ ਹੋਣ ਦੇ ਕਾਰਨ ਜੋ ਕਿ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦੇ ਨੇ, ਅਲੱਗ-ਅਲੱਗ ਵਿਅਕਤੀ ਦੇ ਇਨਵਾਇਰਨਮੈਂਟ ਦੇ ਅਕੋਰਡਿੰਗ ਉਹਦੀਆਂ ਜਿਹੜੀਆਂ ਟ੍ਰਿਗਰਿੰਗ ਸਿਚੁਏਸ਼ਨ ਜਾਂ ਅਲੱਗ-ਅਲੱਗ ਹੁੰਦੀਆਂ, ਸੋ ਉਹਨਾਂ ਨੂੰ ਅਸੀਂ ਪੇਸ਼ੈਂਟ ਦੇ ਮੁਤਾਬਕ ਆਇਡੈਂਟੀਫਾਈ ਕਰਕੇ ਅਤੇ ਸੋਲਵ ਕਰਨ ਲਈ ਟਰਾਈ ਕਰਦੇ। ਉਮੀਦ ਹੈ ਤੁਹਾਨੂੰ ਅੱਜ ਦੀ ਇਹ ਇਨਫੋਰਮੇਸ਼ਨ ਬੈਨੀਫੀਸ਼ੀਅਲ ਰਹੇਗੀ, ਔਰ ਜੇ ਤੁਸੀਂ ਕਿਸੇ ਹੋਰ ਵੀ ਟੌਪਿਕ ਦੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਦੇ ਰਿਗਾਰਡਿੰਗ ਡਿਸਕਸ ਕਰਨਾ ਚਾਹੁੰਦੇ ਹੋ, ਸੋਲਿਊਸ਼ਨ ਜਾਣਨਾ ਚਾਹੁੰਦੇ ਹੋ, ਤਾਂ ਨੀਚੇ ਦਿੱਤੇ ਹੋਏ ਕੰਟੈਕਟ ਨੰਬਰ 'ਤੇ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਸਟੇ ਹੈਲਦੀ, ਸਟੇ ਹੈਪੀ। ਸਤਿ ਸ਼੍ਰੀ ਅਕਾਲ।